ਵਾਹਿਗੁਰੂ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ, ਤਾਂ ਹੀ ਤੁਹਾਡੇ ਤੱਕ ਵੀਡੀਓ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੂਜਰੀ ਮਹੱਲਾ ਪੰਜਵਾ। ਤੂੰ ਸਮਰੱਥ ਸਰਨ ਕੋ ਦਾਤਾ, ਦੁਖ ਭੰਜਨ ਸੁਖ ਰਾਏ। ਜਾਹੇ ਕਲੇਸ਼ ਮਿਟੇ ਭੈ ਭਰਮਾ, ਨਿਰਮਲ ਗੁਣ ਪ੍ਰਭ ਗਾਏ। ਤੂੰ ਸਮਰੱਥ ਸ਼ਰਨ ਕੋ ਦਾਤਾ, ਦੁਖ ਭੰਜਨ ਸੁਖ ਰਾਏ। ਜਾਹੇ ਕਲੇਸ਼ ਮਿਟੇ ਭੈ ਭਰਮਾ, ਨਿਰਮਲ ਗੁਣ ਪ੍ਰਭ ਗਾਏ। ਗੋਵਿੰਦ ਤੁਝ ਬਿਨ ਅਵਰ ਨਾ ਠਾਓ, ਕਰ ਕਿਰਪਾ ਪਾਰ ਬ੍ਰਹਮ ਸੁਆਮੀ, ਜਪੀ ਤੁਮਾਰਾ ਨਾਉ। ਰਹਾਉ ਸਤਿਗੁਰ ਸੇਵ ਲੱਗੇ ਹਰ ਚਰਨੀ, ਵੱਡਾ ਭਾਗ ਲਿਵ ਲਾਗੀ। ਕਵਲ ਪ੍ਰਗਾਸ ਭਏ ਸਾਧ ਸੰਗੇ, ਦੁਰਮਤ ਬੁੱਧ ਤਿਆਗੀ। ਆਠ ਪਹਿਰ ਹਰ ਕੇ ਗੁਣ ਗਾਵੈ, ਸਿਮਰੈ ਦੀਨ ਦਇਆਲਾ। ਆਪ ਤਰੈ ਸੰਗਤ ਸਭ ਉਧਰੈ, ਬਿਨਸੇ ਸਗਲ ਜੰਜਾਲਾ। ਚਰਨ ਆਧਾਰ ਤੇਰਾ ਪ੍ਰਭ ਸੁਆਮੀ, ਓਤ ਪੋਤ ਪ੍ਰਭ ਸਾਥ। ਸ਼ਰਨ ਪਰਿਓ ਨਾਨਕ ਪ੍ਰਭ ਤੁਮਰੀ, ਦੇ ਰਾਖਿਓ ਹਰ ਹਾਥ। ਚਰਨ ਆਧਾਰ ਤੇਰਾ ਪ੍ਰਭ ਸੁਆਮੀ, ਓਤ ਪੋਤ ਪ੍ਰਭ ਸਾਥ। ਸ਼ਰਨ ਪਰਿਓ ਨਾਨਕ ਪ੍ਰਭ ਤੁਮਰੀ, ਦੇ ਰਾਖਿਓ ਹਰ ਹਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ ਦੀਨ ਦੁਨੀ ਦੇ ਪਾਤਸ਼ਾਹ, ਹਲਤ ਪਲਤ ਕੇ ਰਾਖੇ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਨਿਰੰਕਾਰ ਪਰਮੇਸ਼ਵਰ ਦਾ ਸ਼ਬਦ ਸਰੂਪ, ਚਵਰ ਤਖਤ ਰਾਜ ਦੇ ਮਾਲਕ, ਸਿਰ ਸ਼ਾਹਾਂ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ, ਕਿਰਪਾ ਨਿਧਾਨ ਜਗਤ ਗੁਰ ਬਾਬਾ ਜੀ। ਤਿਨਾਂ ਦੀ ਪਾਵਨ ਚਰਨ ਸ਼ਰਨ ਵਿੱਚ ਜੁੜ ਬੈਠੇ ਮੇਰੇ ਸੋਹਣੇ ਸਤਿਗੁਰੂ ਦੇ ਪਿਆਰੇ ਪੁੱਤਰੋ ਤੇ ਸਿਆਣੀਓ ਧੀਓ, ਗੱਜ ਵੱਜ ਕੇ ਫਤਿਹ ਦੀ ਸਾਂਝ ਪਾਉਣਾ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग सत्संगी जनों, जिथे तक इस पावन अस्थान तो आवाज़े पहुँच रहे ने, जिन्नियां कुसंगतां शरीर करके आपो अपनी हाज़री लवा रही ने, लगभग असां सारियां ने अपने जीवन विच ट्रेन का सफ़र जरूर किया होवेगा। हुण जिहड़े गड्डी दे डब्बे ने ना, किसी भी फैक्ट्री दे विच बने होण, मैटीरियल लगभग इक्को जिहा लगा हुंदा है। डब्बे नूं लोहा भी उही लगा है, बनतर भी उस तरह की है। लगभग गड्डी दे डब्बियां दा साइज़ भी इक्को जिहा हुंदा है। मजबूती पक्षों भी सब दा ध्यान रखा गया हुंदा है। डब्बे वेखण विच सारे इक्को जिहे ने, पर जदों उस डब्बे ते नाम दी पट्टी लग जाए ना, ट्रेन नंबर मेंशन हो जाए कि इस डब्बे ने इंजन दे मगर लग के कित्थों कित्थे तक जाना है। जिवें किसी डब्बे ते पट्टी लग गई अमृतसर साहब तो दिल्ली दी, किसी डब्बे ते नंबर लग गया दिल्ली तो बंबे का। हुण नोट करना, डब्बे उही ने, इक्को फैक्ट्री च बने ने, इक्को मैटीरियल दे नाल तैयार होए ने, पर जदों वक्खो वक्ख नाम दियां पट्टियां लग गईयां, उन्हां दी मंजिल भी वख वख हो जाएगी। जिन्ने को बैठे हैं, जिथे तक आवाज़ जा रही है ते जिथे तक आवाज़ नहीं भी पहुँच रही, असी सारे इक्को मालक दे घड़े हुए हैं। माटी एक अनेक भांत कर, साजी साजन हारे। पर एक गल विचार करने वाली साध संगत जी, जदों इस धरती ते जम्मे आ, मालक ने सब नूं इंसान बना के भेजा। हुण किसे दे उत्ते मत्थे ते लग गया तिलक, गले च पै गया जनेऊ, वो हिंदू को आउण लग पिया। मुसलमान सुन्नत करा के अपने धर्म विच परपक्क हो गया। सतगुरां ने सिख दे उपर तरस करके 5 ककारां दी मर्यादा बख्शिश की। सानू सिख होण ते माण है। बने इक्को मिट्टी दे होए हैं, पर जदों पट्टी लग गई ना सिख दी, फिर सिख होण ते माण है। हुण एक गल ध्यान रखियो, सिखी दे दायरे विच ते आ गए हैं, पर जिहड़े डब्बे ने ना गड्डी दे, विचार करने वाली गल है। हुण कोई डब्बा ते लग गया शताब्दी दे मगर, राजधानी दे मगर, सुपरफास्ट गड्डी दे मगर, उहदी चाल बदल गई। कोई डब्बा लग गया पैसेंजर गड्डी दे मगर, उहदी चाल बदल गई, स्लो हो गया। इसे तरह साडा जीवन है। कई आखते ने जी सवेरे उठिया नहीं जाता, नाम जपना चाहुंदे आ पर जपिया नहीं जाता, नितनेम करना चाहुंदे आ पर बिद नहीं बनी। माफ करना, आए तो सिखी दे घर विच ने, पर अजे पैसेंजर
ਗੱਡੀ ਦੇ ਮਗਰ ਡੱਬੇ ਲੱਗੇ ਨੇ, ਅਜੇ ਉਹਨਾਂ ਦੇ ਜੀਵਨ ਵਿੱਚ ਉਹ ਫਾਸਟ ਟਰੈਕ ਜੋ ਕਲਗੀਧਰ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਨਾ ਮਰਿਆਦਾ ਦਾ, ਭਲੇ ਨੇ। ਰਾਜਧਾਨੀ ਦੇ ਡੱਬੇ ਨੇ, ਸ਼ਤਾਬਦੀ ਦੇ ਡੱਬੇ ਨੇ, ਜਿਹੜੇ ਤਿਆਰ ਬਰ ਤਿਆਰ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੀ ਦਰਸਾਈ ਹੋਈ ਮਰਿਆਦਾ ਦੇ ਅਨੁਸਾਰ ਜੀਵਨ ਜੀ ਰਹੇ ਨੇ, ਆਪਣੇ ਟਰੈਕ ਤੇ ਚੱਲ ਰਹੇ ਨੇ। ਪਰ ਇੱਥੇ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਪਏਗਾ, ਜਦੋਂ ਕੋਈ ਡੱਬਾ ਆਪਣਾ ਟਰੈਕ ਛੱਡ ਕੇ ਦੂਜੇ ਟਰੈਕ ਤੇ ਜਾਣ ਦਾ ਯਤਨ ਕਰੇ ਨਾ, ਫਿਰ ਐਕਸੀਡੈਂਟ ਹੋਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਨੇ, ਉਹ ਕਦੇ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਜਿਹੜੇ ਦੂਜਿਆਂ ਦੇ ਮਗਰ ਲੱਗ ਕੇ, ਜਿਹੜੇ ਅੱਜ ਅਖੌਤੀ ਦੂਜੇ ਧਰਮਾਂ ਦੇ ਪ੍ਰਚਾਰਕਾਂ ਦੇ ਮਗਰ ਲੱਗ ਕੇ ਸਿੱਖੀ ਨੂੰ ਛੱਡ ਰਹੇ ਨੇ ਨਾ, ਖਾਸ ਤੌਰ ਤੇ ਪੰਜਾਬ ਦੇ ਬਾਰਡਰ ਦੇ ਇਲਾਕਿਆਂ ਵਿੱਚ, ਉਹ ਬਦਕਿਸਮਤ ਡੱਬੇ ਨੇ ਜਿਹੜੇ ਆਪਣੇ ਟਰੈਕ ਤੇ ਵੀ ਨਹੀਂ ਚੱਲ ਸਕੇ ਤੇ ਦੂਜੇ ਟਰੈਕ ਤੇ ਜਾਣ ਦਾ ਯਤਨ ਕਰ ਰਹੇ ਨੇ, ਉਹ ਕਦੇ ਮੰਜ਼ਿਲ ਤੇ ਨਹੀਂ ਪਹੁੰਚਣਗੇ। ਮੈਂ ਦਾਅਵੇ ਨਾਲ ਕਹਿ ਦਿਆਂ, ਜਿਸ ਦੀ ਗੁਰੂ ਨਾਨਕ ਦੇ ਘਰ ਤੋਂ ਪੂਰੀ ਨਹੀਂ ਨਾ ਪਈ, ਸੰਸਾਰ ਦੇ ਵਿੱਚ ਕਿਤੋਂ ਵੀ ਉਸ ਨੂੰ ਪ੍ਰਾਪਤੀ ਨਹੀਂ ਦੇ ਹੋਣੀ। ਸੋ ਭਾਈ, ਆਪੋ ਆਪਣੇ ਟਰੈਕ ਤੇ ਚਲੀਏ, ਗੁਰੂ ਦੇ ਦਰਸਾਏ ਹੋਏ ਮਾਰਗ ਤੇ ਤੁਰਦਿਆਂ ਇਸ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ। ਸਾਰੇ ਧਰਮ ਚੰਗੇ ਨੇ, ਸਾਰੇ ਸਤਿਕਾਰਯੋਗ ਨੇ, ਪਰ ਗੁਰੂ ਸਾਹਿਬ ਚਾਹੁੰਦੇ ਸਨ ਅਸੀਂ ਸਿੱਖ ਵਾਲਾ ਜੀਵਨ ਜੀਵੀਏ, ਇਸੇ ਲਈ ਸਾਨੂੰ ਸਿੱਖ ਮਾਂ ਬਾਪ ਦੇ ਘਰ ਭੇਜਿਆ। ਤੇ ਜੇ ਅਸੀਂ ਟਰੈਕ ਬਦਲਣ ਦਾ ਯਤਨ ਕਰਾਂਗੇ, ਮੰਜ਼ਿਲ ਤੋਂ ਵਾਂਝੇ ਰਹਿ ਜਾਵਾਂਗੇ। ਇੱਕ ਪਰਮੇਸ਼ਵਰ ਦੇ ਦਰਸਾਏ ਹੋਏ ਮਾਰਗ ਤੇ ਟੁਰਨਾ ਪਵੇਗਾ। ਸਤਿਗੁਰ ਸੱਚੇ ਪਾਤਸ਼ਾਹ ਪੰਚਮ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਜਗਤ ਪਿਤਾ, ਮੇਰੇ ਪਿਤਾ, ਤੁਹਾਡੇ ਪਿਤਾ, ਸਾਰੇ ਜਗਤ ਦੇ ਪਿਤਾ, ਆਪ ਆਪੇ ਪਰਮੇਸ਼ਰ, ਧੰਨ ਗੁਰੂ ਅਰਜਨ ਦੇਵ ਜੀ ਦੇ ਇਹ ਪਾਵਨ ਬਚਨ, ਜੋ ਸਤਿਗੁਰਾਂ ਦੇ ਪਾਵਨ ਅਸਥਾਨ ਸਾਡੇ ਧਰਮ ਕੇਂਦਰ ਤੋਂ ਜੋ ਅੱਜ ਹੁਕਮਨਾਮੇ ਦੇ ਰੂਪ ਵਿੱਚ ਪ੍ਰਗਟ ਹੋਏ ਨੇ, ਆਓ ਸੱਚੇ ਪਾਤਸ਼ਾਹ ਦੇ ਪਾਵਨ ਬਚਨ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੂਜਰੀ ਮਹੱਲਾ ਪੰਜਵਾ। ਤੂੰ ਸਮਰੱਥ ਸ਼ਰਨ ਕੋ ਦਾਤਾ, ਦੁਖ ਭੰਜਨ ਸੁਖ ਰਾਏ। ਸਤਿਗੁਰੂ ਪੰਚਮ ਗੁਰਦੇਵ ਇਹਨਾਂ ਪਾਵਨ ਬਚਨਾਂ ਦੇ ਰਾਹੀਂ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ 502 ਅੰਗ ਤੇ ਸੁਭਾਇਮਾਨ ਨੇ, ਰਾਗ ਗੂਜਰੀ ਦੇ ਵਿੱਚ ਕੀਰਤਨੀਆਂ ਨੂੰ ਇਹ ਸ਼ਬਦ ਗਾਇਨ ਕਰਨ ਦਾ ਸਤਿਗੁਰਾਂ ਨੇ ਹੁਕਮ ਬਖਸ਼ਿਆ। ਸੋ ਇਸ ਪਾਵਨ ਸ਼ਬਦ ਦਾ ਸਿਰਲੇਖ ਹੈ ਗੂਜਰੀ ਮਹੱਲਾ ਪੰਜਵਾਂ। ਤੂੰ ਸਮਰੱਥ ਸ਼ਰਨ ਕੋ ਦਾਤਾ, ਦੁੱਖ ਭੰਜਨ ਸੁਖ ਰਾਏ। ਹੇ ਵਾਹਿਗੁਰੂ ਪਰਮਾਤਮਾ ਜੀ, ਮੇਰੇ ਸੋਹਣੇ ਰੱਬ ਜੀ, ਤੁਸੀਂ ਸਮਰੱਥ ਹੋ। ਤੁਹਾਡਾ ਸੁਭਾਅ ਹੈ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਭਾਮੀ ਸੰਦਾ। ਜੋ ਤੁਹਾਡੀ ਸ਼ਰਨ ਵਿੱਚ ਆਉਂਦਾ ਹੈ ਤੁਸੀਂ ਉਹਦੇ ਔਗਣ ਨਹੀਂ ਚਿਤਾਰਦੇ। ਤੁਸੀਂ ਆਪਣੀ ਸ਼ਰਨ ਵਿੱਚ ਆਏ ਹੋਏ ਨੂੰ ਗਲ ਨਾਲ ਲਾ ਲੈਂਦੇ ਹੋ ਤੇ ਪਿਛਲੇ ਔਗਣ ਬਖਸ਼ ਕੇ ਅਗਲੇਰਾ ਮਾਰਗ ਦਰਸਾਉਣ ਵਾਲੇ ਹੋ। ਹੇ ਮੇਰੇ ਸਮਰੱਥ ਸੁਆਮੀ ਸੱਚੇ ਪਾਤਸ਼ਾਹ, ਤੁਸੀਂ ਦੁੱਖਾਂ ਦਾ ਨਾਸ ਕਰਨ ਵਾਲੇ ਹੋ। ਤੁਹਾਡੇ ਨਾਮ ਦੇ ਵਿੱਚ ਇੰਨੀ ਸ਼ਕਤੀ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਨਿਧਾਨ ਪੰਚਮ ਗੁਰਦੇਵ ਵੱਡੇ ਕੀਆਂ ਵਡਿਆਈਆਂ ਨੂੰ ਬਿਆਨ ਕਰਕੇ ਦੱਸਦੇ ਨੇ, ਸਮਝਾਉਂਦੇ ਨੇ ਕਿ ਉਹ ਪਰਮਾਤਮਾ ਜੋ ਸਮਰੱਥ ਹੈ,
ਸ਼ਰਨ ਵਿੱਚ ਆਏ ਹੋਏ ਦੀ ਰੱਖਿਆ ਕਰਨ ਵਾਲਾ ਹੈ, ਦੁੱਖਾਂ ਦਾ ਨਾਸ ਕਰਨ ਵਾਲਾ ਹੈ ਤੇ ਸੁੱਖਾਂ ਦਾ ਪ੍ਰਗਾਸ ਕਰਨ ਵਾਲਾ ਹੈ। ਜਾਹਿ ਕਲੇਸ਼ ਮਿਟੇ ਭੈ ਭਰਮ, ਨਿਰਮਲ ਗੁਣ ਪ੍ਰਭ ਗਾਏ। ਜੋ ਜੀਵ ਪਰਮੇਸ਼ਵਰ ਦੀ ਬੰਦਗੀ ਕਰਦੇ ਨੇ, ਸੋਹਣੇ ਰੱਬ ਦੀ ਭੈ ਭਾਵਨੀ ਦੇ ਵਿੱਚ ਜੀਵਨ ਜਿਉਂਦੇ ਨੇ, ਆਪਣੇ ਸਵਾਸ ਸਫਲ ਕਰਕੇ ਇਸ ਸੰਸਾਰ ਦੇ ਵਿੱਚ ਲਾਹਾ ਖੱਟਦੇ ਨੇ, ਉਹਨਾਂ ਦੇ ਜੀਵਨ ਵਿੱਚੋਂ ਕਲ ਕਲੇਸ਼ ਸਦਾ ਦੇ ਲਈ ਉਡਾਰੀ ਮਾਰ ਜਾਂਦੇ ਨੇ, ਸਮਾਪਤ ਹੋ ਜਾਂਦੇ ਨੇ। ਸਤ ਸੰਗੀਓ, ਦੋਏ ਕਰ ਜੋੜ ਇੱਕ ਬੇਨਤੀ ਕਰਾਂ। ਜਦੋਂ ਪਰਮਾਤਮਾ ਨੇ ਸਾਨੂੰ ਸੰਸਾਰ ਦੇ ਵਿੱਚ ਪੈਦਾ ਕੀਤਾ ਨਾ, ਉਸ ਨੇ ਸਾਡੇ ਤੇ ਬੜਾ ਭਰੋਸਾ ਕੀਤਾ। ਅਸੀਂ ਸੰਸਾਰ ਦੇ ਵਿੱਚ ਕੋਈ ਵਪਾਰ ਕਰਨਾ ਹੋਵੇ, ਕਈ ਵਾਰਾਂ ਵਪਾਰ ਕਰਨ ਦੇ ਲਈ ਆਪਣੇ ਨਾਲ ਕੋਈ ਭਾਈਵਾਲ ਬਣਾ ਲੈਂਦੇ ਆ, ਕਿਸੇ ਨਾਲ ਪਾਰਟਨਰਸ਼ਿਪ ਕਰ ਲੈਂਦੇ ਆ। ਤੇ ਰੱਬ ਨੇ ਸਾਡੇ ਤੇ ਕਿੰਨਾ ਭਰੋਸਾ ਕੀਤਾ ਹੋਵੇਗਾ ਕਿ ਸੰਸਾਰ ਦੇ ਵਿੱਚ ਹਰ ਜੀਵ ਨੂੰ ਭੇਜਣ ਤੋਂ ਪਹਿਲਾਂ ਸਾਡੇ ਨਾਲ ਪਾਰਟਨਰਸ਼ਿਪ ਕੀਤੀ, ਭਾਈਵਾਲਤਾ ਕੀਤੀ। ਜਦੋਂ ਸਾਨੂੰ ਸਵਾਸਾਂ ਦੀ ਪੂੰਜੀ ਬਖਸ਼ੀ ਨਾ, ਕਿਉਂਕਿ ਹਰ ਵਪਾਰ ਦੇ ਲਈ ਪੂੰਜੀ ਦੀ ਲੋੜ ਹੈ, ਕੈਪੀਟਲ ਦੀ ਲੋੜ ਹੈ। ਬਿਨਾਂ ਪੂੰਜੀ ਤੋਂ ਵਪਾਰ ਸਫਲ ਨਹੀਂ ਹੋਇਆ ਕਰਦੇ। ਪਰਮੇਸ਼ਵਰ ਨੇ ਸਵਾਸਾਂ ਦੀ ਪੂੰਜੀ ਸਾਨੂੰ ਬਖਸ਼ ਕੇ ਤੇ ਸਾਨੂੰ ਸੱਚ ਦਾ ਵਪਾਰ ਕਰਨ ਦੇ ਲਈ ਸੰਸਾਰ ਵਿੱਚ ਭੇਜਿਆ। ਇਹ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਂ ਕਹਿ ਸਦ ਬਲਹਾਰੈ। ਹੁਣ ਅਸਾਂ ਆਪਣੇ ਅੰਦਰ ਝਾਤ ਪਾ ਕੇ ਵੇਖਣਾ ਕਿ ਅਸੀਂ ਵਾਹਿਗੁਰੂ ਜੀ ਦੇ ਵਿਸ਼ਵਾਸ ਦੇ ਉੱਪਰ ਕਿੰਨੇ ਕੁ ਖਰੇ ਉਤਰੇ, ਕਿਉਂਕਿ ਪੂੰਜੀ ਵਾਹਿਗੁਰੂ ਦੀ ਬਖਸ਼ੀ ਹੋਈ ਹੈ। ਅਸਾਂ ਕੇਵਲ ਯਤਨ ਕਰਨਾ ਹੈ ਇਸ ਪੂੰਜੀ ਨੂੰ, ਸਵਾਸਾਂ ਨੂੰ ਸਫਲ ਕਰਕੇ ਇਸ ਸੰਸਾਰ ਤੋਂ, ਇਸ ਸੋਹਣੇ ਰੱਬ ਦੇ ਵਿਸ਼ਵਾਸ ਪਾਤਰ ਹੋ ਕੇ ਵਾਪਸ ਮੁੜੀਏ, ਨਾ ਕਿ ਜਵਾਰੀ ਵਾਂਗ ਦੋਵੇਂ ਹੱਥ ਝਾੜ ਕੇ ਇਸ ਸੰਸਾਰ ਤੋਂ ਜਾਣਾ ਪਵੇ। ਗੋਵਿੰਦ ਤੁਝ ਬਿਨ ਅਵਰ ਨਾ ਠਾਓ। ਹੇ ਮੇਰੇ ਪ੍ਰਮਾਤਮਾ ਜੀ, ਪਰਮੇਸ਼ਵਰ ਦੇ ਅਨੇਕ ਨਾਮਾਂ ਦਾ ਜ਼ਿਕਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਵਿੱਚ ਸਤਿਗੁਰਾਂ ਨੇ ਕੀਤਾ ਤੇ ਉਹਨਾਂ ਪਵਿੱਤਰ ਨਾਵਾਂ ਦੇ ਵਿੱਚੋਂ ਇੱਕ ਨਾਂ ਹੈ ਗੋਬਿੰਦ। ਪੜ੍ਹਦੇ ਆ ਨਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ। ਇਹ ਹੈ ਪ੍ਰਮਾਤਮਾ ਦਾ ਵੱਡਾ ਗੁਣ। ਜੋ ਪਰਮੇਸ਼ਵਰ ਦੇ ਨਾਮ ਦੀ ਬੰਦਗੀ ਕਰਦੇ ਨੇ, ਧਿਆਉਣਾ ਕਰਦੇ ਨੇ, ਪਰਮੇਸ਼ਵਰ ਦੀ ਉਹਨਾਂ ਦੇ ਜੀਵਨ ਦੇ ਵਿੱਚ ਰੰਗ ਲਾ ਦਿੰਦੇ ਨੇ। ਆਪੋ ਆਪਣੀ ਅਰਦਾਸ ਕਰੀਏ, ਜਗਤ ਦੀ ਅਰਦਾਸ ਕਰੀਏ, ਸਤਿਗੁਰੂ ਤੁਹਾਡੇ ਨਾਮ ਦਾ ਪਾਵਨ ਰੰਗ ਮੇਰੇ ਜੀਵਨ ਵਿੱਚ ਲੱਗੇ। ਸੋ ਸਤਿਗੁਰੂ ਜੀ ਫਰਮਾਉਂਦੇ ਨੇ, ਉਹ ਪਰਮਾਤਮਾ ਵਾਹਿਗੁਰੂ ਉਹਦੇ ਚਰਨਾਂ ਵਿੱਚ ਬੰਦਗੀ ਕਰਨ ਦੀ, ਅਰਦਾਸ ਕਰਨ ਦੀ ਸਾਨੂੰ ਸੋਝੀ ਬਖਸ਼ਿਸ਼ ਕਰਦੇ ਨੇ। ਹੇ ਰੱਬ ਜੀ, ਵਾਹਿਗੁਰੂ ਜੀ, ਤੁਹਾਡੇ ਤੋਂ ਬਿਨਾਂ ਮੈਨੂੰ ਹੋਰ ਕੋਈ ਥਾਂ ਨਹੀਂ, ਕੋਈ ਜੀ ਨਹੀਂ ਜਿਹੜਾ ਮੈਨੂੰ ਝੱਲ ਸਕੇ। ਕਰ ਕਿਰਪਾ ਪਾਰ ਬ੍ਰਹਮ ਸੁਆਮੀ, ਜਪੀ ਤੁਮਾਰਾ ਨਾਉ। ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਸੈਂਟਰਲ ਆਈਡੀਆ, ਸਮੁੱਚੇ ਸ਼ਬਦ ਦਾ ਜੋ ਸਾਰ ਹੈ, ਜੋ ਤੱਤ ਹੈ, ਸਤਿਗੁਰਾਂ ਨੇ ਇਸ ਪੰਕਤੀ ਦੇ ਰਾਹੀਂ ਬਖਸ਼ਿਸ਼ ਕੀਤਾ ਹੈ। ਹੇ ਵਾਹਿਗੁਰੂ ਪਰਮਾਤਮਾ ਜੀ, ਖੁਦਾ ਜੀ, ਗੋਡ ਜੀ, ਭਗਵਾਨ ਜੀ, ਕਿਰਪਾ ਕਰੋ ਪਾਰ ਬ੍ਰਹਮ ਸੁਆਮੀ ਸੱਚੇ ਪਾਤਸ਼ਾਹ, ਤਾਂ ਜੋ ਤੁਹਾਡਾ ਨਾਮ ਜਪ ਸਕਾਂ। ਰਹਾਉ ਸਤਿਗੁਰ ਸੇਵ ਲੱਗੇ ਹਰ ਚਰਨੀ, ਵੱਡਾ ਭਾਗ ਲਿਵ ਲਾਗੀ। ਜੋ ਭਾਗਾਂ ਵਾਲੇ ਮਨੁੱਖ ਗੁਰੂ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜੇ ਨੇ, ਜਿਨ੍ਹਾਂ ਦੀ ਲਿਵ ਵਾਹਿਗੁਰੂ ਪਿਤਾ ਜੀ ਦੇ ਚਰਨਾਂ ਵਿੱਚ ਜੁੜੀ ਏ, ਉਸ ਭਾਗਾਂ ਵਾਲੇ ਮਨੁੱਖ ਦਾ ਜ਼ਿਕਰ ਇੱਥੇ ਸਤਿਗੁਰੂ ਪੰਚਮ ਪਾਤਸ਼ਾਹ ਕਰਕੇ ਸਮਝਾਉਂਦੇ ਨੇ।
ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹੀਏ ਨਾ, ਸਹਿਜ ਪਾਠ ਕਰਦਿਆਂ ਦੋ ਪ੍ਰਕਾਰ ਦੇ ਲੰਗਰ ਦਾ ਜ਼ਿਕਰ ਸਤਿਗੁਰਾਂ ਨੇ ਕੀਤਾ। ਇੱਕ ਤਾਂ ਜਿਹੜੇ ਸਾਡੇ ਸਰੀਰ ਦੀ ਭੁੱਖ ਨੂੰ ਤ੍ਰਿਪਤ ਕਰਦਾ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ, ਜੋ ਸਾਡੇ ਲਈ ਭੋਜਨ ਬਣ ਕੇ ਸਾਡੇ ਸਰੀਰ ਨੂੰ ਤ੍ਰਿਪਤ ਕਰਦਾ ਹੈ। ਅੱਜ ਲੋੜ ਹੈ, ਆ ਵੇਖੋ ਸਾਰੇ ਜਹਾਨ ਦੇ ਵਿੱਚ ਪੰਜਾਬ ਦਾ ਜ਼ਿਕਰ, ਜਿਵੇਂ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ, ਅੱਜ ਲੋੜਵੰਦਾਂ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਥਾਂ ਥਾਂ ਤੇ ਲੰਗਰ ਲਾਏ ਜਾ ਰਹੇ ਨੇ, ਕਮੇਟੀ ਵਧਾਈ ਦੀ ਪਾਤਰ। ਆ ਜਿੰਨੇ ਡੇਰੇਦਾਰ ਗੁਰੂ ਬਣੇ ਬੈਠੇ ਨੇ, ਰੱਬ ਹੋਣ ਦਾ ਦਾਵਾ ਕਰਦੇ ਨੇ, ਆਪਣੇ ਚੇਲਿਆਂ ਤੇ ਚੋਲਿਆਂ ਦੇ ਮਗਰ ਦੁਨੀਆ ਨੂੰ ਜੋੜਨ ਦਾ ਯਤਨ ਕਰ ਰਹੇ ਨੇ, ਕਿੱਥੇ ਨੇ? ਅਖੀਰ ਗੁਰੂ ਕਾ ਸਿੱਖ ਹੀ, ਭਾਵੇਂ ਧਰਮ ਤੋਂ ਹੀਣੇ ਮਨੁੱਖ ਨੇ ਸਿੱਖ ਨੂੰ ਭੰਡਣ ਦਾ ਬੜਾ ਯਤਨ ਕੀਤਾ, ਬੜਾ ਕੁਝ ਕਿਹਾ ਜਾਂਦਾ ਸਿੱਖਾਂ ਦੇ ਲਈ, ਪਰ ਗੁਰੂ ਨਾਨਕ ਦੇ ਘਰ ਦੀ ਪੜ੍ਹਾਈ ਨੂੰ ਸਿੱਖ ਕਦੇ ਨਹੀਂ ਜੇ ਭੁੱਲਦਾ। ਤੇ ਗੁਰੂ ਨਾਨਕ ਦੀ ਪੜ੍ਹਾਈ ਕੀ ਹੈ? ਸਰਬੱਤ ਦਾ ਭਲਾ। ਸੋ ਅੱਜ ਜਿਹੜੇ ਧਰਮ ਪਰਿਵਰਤਨ ਦੇ ਯਤਨ ਕਰ ਰਹੇ ਨੇ, ਦੂਜੇ ਤੀਜੇ ਨੂੰ ਆਪਣੇ ਨਾਲ ਮੁਆਫ ਕਰਨਾ, ਅੱਜ ਸਾਰੇ ਸੁਸਰੀ ਵਾਂਗ ਸੁੱਤੇ ਪਏ ਨੇ। SGPC ਤੇ ਹੋਰ ਸਿੱਖ ਸੰਸਥਾਵਾਂ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੇ ਲਈ ਹੜ੍ਹਾਂ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਜਾਨ ਤੇ ਖੇਲ ਕੇ ਵੀ ਉਹਨਾਂ ਲੋੜਵੰਦਾਂ ਨੂੰ ਲੰਗਰ ਪਹੁੰਚਾ ਰਹੀਆਂ ਨੇ। ਇੱਕ ਤੇ ਉਹ ਲੰਗਰ ਹੈ ਜੋ ਸਰੀਰ ਦੀ ਤ੍ਰਿਪਤੀ, ਤੇ ਇੱਕ ਹੋਰ ਲੰਗਰ ਦਾ ਜ਼ਿਕਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਨੇ। ਲੰਗਰ ਚੱਲੈ ਗੁਰ ਸ਼ਬਦ ਹਰ, ਗੁਰ ਸ਼ਬਦ ਦੇ ਲੰਗਰ। ਸੱਚ ਕਹਿਦੇ ਹਾਂ, ਸਾਡੇ ਜੀਵਨ ਵਿੱਚੋਂ ਇਹ ਗੁਰ ਸ਼ਬਦ ਦਾ ਲੰਗਰ ਮੁੱਕਦਾ ਜਾ ਰਿਹਾ। ਸਤਿਗੁਰਾਂ ਨੇ ਇਸ ਗੱਲ ਦੀ ਗਾਰੰਟੀ ਦਿੱਤੀ ਸੀ ਕਿ ਗੁਰ ਸ਼ਬਦ ਦਾ ਲੰਗਰ ਜਦੋਂ ਤੱਕ ਚੱਲੇਗਾ ਨਾ, ਲੰਗਰ ਚੱਲੈ ਗੁਰ ਸ਼ਬਦ ਹਰ, ਟੋਟ ਨਾ ਆਵੀ ਖੱਟੀ ਹੈ, ਕਦੇ ਕਿਸੇ ਚੀਜ਼ ਦੀ ਟੋਟਾ ਨਹੀਂ ਜੇ ਰਹਿਣੀ। ਪਰ ਸੱਚ ਕਹਿਦੇ ਆ, ਜੋ ਅੱਜ ਪੰਥਕ ਹਾਲਾਤ ਨੇ, ਜਿੰਨਾ ਕੋ ਸੁੱਖ ਮਾਣ ਰਹੇ ਆ ਨਾ ਜੀ, ਇਹ ਸੁੱਖ ਉਹਨਾਂ ਗੁਰਮੁਖਾਂ ਕਰਕੇ ਹੈ ਜਿਨ੍ਹਾਂ ਨੇ ਗੁਰਸ਼ਬਦ ਦੇ ਲੰਗਰ ਆਪਣੇ ਜੀਵਨ ਵਿੱਚ ਨਿਰੰਤਰ ਲਾਏ ਹੋਏ ਨੇ। ਗੁਰਸਿੱਖਾਂ ਮਨ ਹਰਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜੇ, ਕਰ ਸੇਵੈ ਪੂਰਾ ਸਤਿਗੁਰੂ, ਭੁੱਖ ਜਾਏ ਲਹਿ ਮੇਰੀ। ਗੁਰਸਿੱਖਾਂ ਕੀ ਭੁੱਖ ਸਭ ਗਈ, ਤਿੰਨ ਪਿੱਛੇ ਹੋਰ ਖਾਏ ਕਨੇਰੀ। ਉਹ ਜਿਨ੍ਹਾਂ ਨੇ ਗੁਰਸ਼ਬਦ ਦੇ ਲੰਗਰ ਆਪਣੇ ਜੀਵਨ 'ਚ ਲਾਏ ਨੇ, ਉਹਨਾਂ ਦੇ ਜੀਵਨ ਸਦਕੇ, ਉਹਨਾਂ ਦੀਆਂ ਕਮਾਈਆਂ ਸਦਕੇ ਅਰ ਜਗਤ ਵਿੱਚ ਭਰੇ ਭੰਡਾਰ ਵਰਤ ਰਹੇ ਨੇ। ਸੋ ਗੁਰਮੁਖ ਪਿਆਰਿਓ, ਵਾਹਿਗੁਰੂ ਗੁਰਮੰਤਰ ਦਾ ਲੜ ਕਦੇ ਨਾ ਛੱਡਿਓ। ਗੁਰ ਸ਼ਬਦ ਦੀ ਵਿਚਾਰ ਨੂੰ ਹਿਰਦੇ ਧਾਰਨ ਕਰਨਾ ਹੀ ਸਿੱਖੀ ਦਾ ਮੂਲ ਮੰਤਰ ਹੈ। ਬੇਨਤੀ ਕਰਦੇ ਹਾਂ, ਜੀਵਨ ਵਿੱਚ ਸਬਰ, ਸੰਤੋਖ, ਦਇਆ, ਕਿਰਪਾ, ਬਖਸ਼ਿਸ਼, ਰਹਿਮਤ, ਨਿਤਨੇਮ, ਅੰਮ੍ਰਿਤ ਵੇਲਾ, ਇਹ ਜਿੰਨੀਆਂ ਵੀ ਦਾਤਾਂ ਨੇ ਨਾ, ਇਹ ਗੁਰ ਪ੍ਰਸਾਦ ਦੇ ਵਿੱਚੋਂ ਪ੍ਰਗਟ ਹੋਣਗੀਆਂ। ਸੋ ਇਸ ਲਈ ਗੁਰ ਪ੍ਰਸਾਦ ਦੇ ਲਈ ਯਤਨਸ਼ੀਲ ਰਹਿਣਾ, ਗੁਰੂ ਦੀ ਕਿਰਪਾ ਸਦਾ ਬਣੀ ਰਹੇ, ਤਾਂ ਇਹ ਜੀਵਨ ਦੀ ਖੇਡ ਬਣੇਗੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਜੀਵਾਂ ਨੂੰ ਵਡਭਾਗਾ ਆਖਦੇ ਨੇ ਜੋ ਪਰਮੇਸ਼ਵਰ ਦੀ ਸੇਵਾ ਵਿੱਚ, ਜੋ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜੇ ਹੋਏ ਆਪਣੇ ਜੀਵਨ ਨੂੰ ਸਫਲ ਕਰਨ ਲਈ ਯਤਨਸ਼ੀਲ ਨੇ।
ਕਵਲ ਪ੍ਰਗਾਸ ਭਏ ਸਾਧ ਸੰਗੇ, ਦੁਰਮਤ ਬੁੱਧ ਤਿਆਗੀ। ਹਿਰਦੇ ਰੂਪੀ ਕੌਲ ਫੁੱਲ ਗੁਰਮਤ ਦੀ ਪੜ੍ਹਾਈ ਕੀਤਿਆਂ, ਗੁਰਮਤ ਦੇ ਦਰਸਾਏ ਹੋਏ ਮਾਰਗ ਦੇ ਕਦਮ ਪੁੱਟਿਆਂ ਜਦੋਂ ਪ੍ਰਫੁੱਲਤ ਹੁੰਦਾ ਹੈ ਨਾ, ਤਾਂ ਇਹ ਖੇਡ ਬਣਦੀ ਏ ਜਦੋਂ ਬਖਸ਼ਿਆਂ ਹੋਇਆਂ ਦੀ ਸੰਗਤ ਕਰੀਏ। ਸਾਧ ਸੰਗੇ, ਜਿਨ੍ਹਾਂ ਨੇ ਆਪਣੇ ਹਿਰਦੇ ਨੂੰ ਸਾਧ ਲਿਆ, ਜਿਨ੍ਹਾਂ ਦਾ ਕੇਵਲ ਬਾਣਾ ਧਰਮ ਵਾਲਾ ਨਹੀਂ, ਮਨ ਵੀ ਧਰਮ ਵਾਲਾ ਹੋ ਗਿਆ, ਧਰਮੀ ਅਖਵਾਉਂਦੇ ਨੇ, ਉਹਨਾਂ ਦੀ ਸੰਗਤ ਕੀਤਿਆਂ ਜੋ ਦੁਰਮਤ ਬੁੱਧ ਹੈ, ਜੋ ਭੈੜੀ ਮਤ ਹੈ, ਉਸ ਦਾ ਵਿਨਾਸ਼ ਹੁੰਦਾ ਹੈ। ਆਠ ਪਹਿਰ ਹਰ ਕੇ ਗੁਣ ਗਾਵੈ, ਸਿਮਰੈ ਦੀਨ ਦਇਆਲਾ। ਗੁਰਮੁਖ ਪਿਆਰੇ ਪਰਮੇਸ਼ਵਰ ਦੇ ਗੁਣਗਾਨ ਕਰਦਿਆਂ ਅੱਠੇ ਪੈਰ ਸਫਲ ਕਰਦੇ ਨੇ। ਸਾਸ ਸਾਸ ਸਿਮਰਨ ਕਰਦਿਆਂ ਇਸ ਬਖਸ਼ਿਸ਼ ਦੇ ਪਾਤਰ ਬਣਦੇ ਨੇ। ਹਰ ਸਮੇਂ ਉਸ ਦੀਨ ਕੇ ਦਇਆਲ ਦਾਤੇ ਪਰਮੇਸ਼ਵਰ ਦੀ ਬੰਦਗੀ ਕਰਕੇ ਆਪਣਾ ਸਮਾਂ ਸਫਲ ਕਰ ਰਹੇ ਨੇ। ਆਪ ਤਰੈ ਸੰਗਤ ਸਭ ਉਦਰੈ, ਬਿਨਸੇ ਸਗਲ ਜੰਜਾਲਾ। ਐਸੇ ਗੁਰਮੁਖ ਜਨ ਜੋ ਆਪ ਪਰਮੇਸ਼ਵਰ ਦੀ ਬੰਦਗੀ ਕਰਕੇ ਜੀਵਨ ਨੂੰ ਸਫਲ ਕਰ ਰਹੇ ਨੇ ਤੇ ਉਹਨਾਂ ਦੀ ਸੰਗਤ ਕੀਤਿਆਂ ਹਰ ਮਨੁੱਖ ਦਾ ਭਲਾ ਹੋ ਰਿਹਾ ਹੈ। ਆਮ ਤੌਰ ਤੇ ਇੱਕ ਸਵਾਲ ਸੰਗਤ ਵਿੱਚ ਵਿਚਰਦਿਆਂ ਸਾਹਮਣੇ ਆਉਂਦਾ ਹੈ, ਜੀ ਸੰਗਤ ਕਰਨ ਦਾ ਕੀ ਲਾਭ ਹੈ? ਇਹ ਸਵਾਲ ਭਲਾ ਪੁੱਛਦੇ ਕੌਣ ਨੇ? ਜਿਨ੍ਹਾਂ ਨੇ ਕਦੇ ਸਹਿਜ ਪਾਠ ਨਾ ਕੀਤਾ ਹੋਵੇ। ਕਿਉਂਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਤਾਂ ਬਾਰੰਬਾਰ ਸੰਗਤ ਦੀ ਮਹੱਤਤਾ ਨੂੰ ਦ੍ਰਿੜ ਕਰਵਾਉਂਦੇ ਨੇ। ਜਿਹੜੇ ਪੁੱਛਦੇ ਨਾ ਸੰਗਤ ਕਰਨ ਦਾ ਕੀ ਲਾਭ ਹੈ, ਉਹਨਾਂ ਦੇ ਚਰਨਾਂ 'ਚ ਦੋਏ ਕਰ ਜੋੜ ਇੱਕ ਬੇਨਤੀ ਕਰਾਂ ਸਤ ਸੰਗੀਓ। ਇੱਕ ਕਿਰਸਾਨ ਨੇ ਫਸਲ ਵੱਢੀ ਤੇ ਫਸਲ ਨੂੰ ਮੰਡੀ ਲਿਜਾਣ ਦੀ ਤਿਆਰੀ ਕਰਨ ਲੱਗਾ। ਹੁਣ ਜਦੋਂ ਦਾਣੇ ਬੋਰੇ ਵਿੱਚ ਪਾਉਣ ਦਾ ਸਮਾਂ ਆਇਆ ਨਾ, ਤੇ ਹੈਰਾਨ ਰਹਿ ਗਿਆ। ਜਦੋਂ ਬੋਰਾ ਚੁੱਕਿਆ ਜਿਹਦੇ ਵਿੱਚ ਦਾਣੇ ਭਰਨੇ ਸਨ, ਉਸ ਬੋਰੇ ਵਿੱਚ ਥਾਂ ਥਾਂ ਤੇ ਛਿੱਦਰ ਹੋਏ ਪਏ ਸਨ। ਕਿਸਾਨ ਸੋਚਣ ਲੱਗਾ, ਜੇ ਇਸ ਬੋਰੇ 'ਚ ਦਾਣੇ ਪਾ ਲਏ, ਅੱਧੇ ਕੁ ਪਾਉਂਦਿਆਂ ਹੀ ਡੁੱਲ ਜਾਣੇ ਨੇ, ਬਾਕੀ ਮੰਡੀ ਤੱਕ ਜਾਂਦਿਆਂ ਡੁੱਲ ਜਾਣੇ ਨੇ, ਮੇਰੇ ਪੱਲੇ ਕੱਖ ਨਹੀਂ ਪੈਣਾ। ਕਿਸਾਨ ਸਿਆਣਾ ਸੀ, ਉਸ ਨੇ ਇੱਕ ਹੋਰ ਬੋਰਾ ਚੁੱਕਿਆ, ਉਹਦੇ ਵਿੱਚ ਵੀ ਥਾਂ ਥਾਂ ਤੇ ਛਿੱਦਰ ਸਨ। ਕੀ ਕੀਤਾ? ਬੋਰੇ ਵਿੱਚ ਬੋਰੇ ਨੂੰ ਪਾ ਲਿਆ। ਜਦੋਂ ਬੋਰੇ ਵਿੱਚ ਬੋਰਾ ਪਾਇਆ, ਹੁਣ ਦੋਵੇਂ ਬੋਰਿਆਂ ਦੇ ਛਿੱਦਰ ਟੱਕੇ ਗਏ। ਪਹਿਲਾ ਬੋਰਾ ਵੀ ਪਾਟਿਆ, ਦੂਜਾ ਵੀ ਪਾਟਿਆ, ਥਾਂ ਥਾਂ ਤੇ ਛਿੱਦਰ ਨੇ। ਪਰ ਜਦੋਂ ਬੋਰੇ 'ਚ ਬੋਰਾ ਪਾ ਲਿਆ ਨਾ, ਤੇ ਉਹਦੇ ਵਿੱਚ ਜਦੋਂ ਦਾਣੇ ਭਰੇ ਤੇ ਇੱਕ ਵੀ ਦਾਣਾ ਬਾਹਰ ਨਹੀਂ ਜੇ ਡੁੱਲਿਆ, ਕਿਉਂਕਿ ਦੋਹਾਂ ਬੋਰਿਆਂ ਦੇ ਛਿੱਦਰ ਇੱਕ ਦੂਜੇ ਦੇ ਨਾਲ ਰਲ ਕੇ ਢੱਕੇ ਗਏ, ਕੱਜੇ ਗਏ। ਇਸੇ ਤਰ੍ਹਾਂ ਸੰਗਤ ਵਿੱਚ ਆਉਣ ਦਾ ਲਾਭ ਕੀ ਹੈ? ਹਰ ਇੱਕ ਮਨੁੱਖ ਔਗਣਾਂ ਦਾ ਭਰਿਆ ਹੋਇਆ ਹੈ। ਹਮ ਔਗਣ ਭਰੇ ਏਕ ਗੁਣ ਨਹੀਂ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਪਰਮਾਤਮਾ ਹੈ, ਰੱਬ ਹੈ, ਜੋ ਔਗਣਾਂ ਤੋਂ ਬਚਿਆ ਹੋਇਆ ਹੈ, ਜੋ ਸਰਵ ਗੁਣ ਸੰਪੰਨ ਹੈ, ਸਮਰੱਥ ਹੈ। ਜਦੋਂ ਸੰਗਤ ਕਰਨੇ ਆ ਨਾ, ਤੇ ਸੰਗਤ ਵਿੱਚ ਆ ਕੇ ਜਿਹੜੇ ਔਗਣ ਨੇ ਉਹ ਕੱਜੇ ਜਾਂਦੇ ਨੇ। ਤੇ ਜਦੋਂ ਨਿਰੰਤਰ ਸੰਗਤ ਦਾ ਅਭਿਆਸ ਹੋ ਜਾਵੇ ਤੇ ਇੱਕ ਦਿਨ ਜੀਵਨ ਵਿੱਚੋਂ ਔਗਣ ਸਮਾਪਤ ਵੀ ਹੋ ਜਾਂਦੇ ਨੇ। ਸੋ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਬਖਸ਼ਿਸ਼ ਨੂੰ ਬਾਣੀ ਦੇ ਰਾਹੀਂ ਸਮਝਾ ਕੇ, ਆਪ ਤਰੈ ਸੰਗਤ ਸਭ ਉਧਰੈ, ਬਿਨ ਸੇ ਸਗਲ ਜੰਜਾਲਾ। ਜਿਹੜੇ ਨਾਮ ਦਾ ਅਭਿਆਸ ਕਰਦੇ ਨੇ,
ਗੁਰੂ ਸਾਹਿਬ ਦੇ ਦਰਸਾਏ ਹੋਏ ਮਾਰਗ ਤੇ ਟੁਰਦੇ ਨੇ, ਉਹਨਾਂ ਦਾ ਆਪਣਾ ਵੀ ਭਲਾ ਤੇ ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ ਉਹਨਾਂ ਦਾ ਵੀ ਭਲਾ ਹੁੰਦਾ ਹੈ। ਚਰਨ ਆਧਾਰ ਤੇਰਾ ਪ੍ਰਭ ਸੁਆਮੀ, ਓਤ ਪੋਤ ਪ੍ਰਭ ਸਾਥ। ਬਾਣੀ ਪੜ੍ਹਦੇ ਹਾਂ, ਇੱਕ ਲਫ਼ਜ਼ ਆਮ ਤੌਰ ਤੇ ਬਾਰ-ਬਾਰ ਸਤਿਗੁਰੂ ਜੀ ਵਰਤਦੇ ਨੇ, ਓਤ ਪੋਤ। ਇੱਥੇ ਵੀ ਲਫ਼ਜ਼ ਵਰਤਿਆ। ਓਤ ਪੋਤ ਦਾ ਅਰਥ ਹੈ ਜਿਵੇਂ ਬਸਤਰ ਨੂੰ ਬੁਣਿਆ ਜਾਂਦਾ ਹੈ ਨਾ ਜੀ। ਪੁਰਾਤਨ ਸਮੇਂ ਵਿੱਚ ਖੱਡੀਆਂ ਹੁੰਦੀਆਂ ਸਨ, ਅੱਜ ਆਟੋਮੈਟਿਕ ਮਸ਼ੀਨਸ ਦਾ ਜ਼ਮਾਨਾ ਹੈ, ਕੰਪਿਊਟਰਾਈਜ਼ਡ ਮਸ਼ੀਨਰੀ ਦਾ ਜ਼ਮਾਨਾ ਹੈ। ਤੇ ਜਿਹੜਾ ਬਸਤਰ ਨੂੰ ਬੁਣਨ ਵੇਲੇ ਤਾਣਾ ਪੇਟਾ ਹੁੰਦਾ ਹੈ ਨਾ, ਉਸ ਨੂੰ ਕਿਹਾ ਜਾਂਦਾ ਹੈ ਓਤ ਪੋਤ। ਜਿਸ ਤਰ੍ਹਾਂ ਹਰ ਇੱਕ ਬਸਤਰ ਦੇ ਵਿੱਚ ਤਾਣਾ ਪੇਟਾ ਹੋਵੇ ਤਾਂ ਬਸਤਰ ਦੀ ਬੁਣਾਈ ਸੰਭਵ ਹੈ, ਉਸੇ ਤਰ੍ਹਾਂ ਪਰਮਾਤਮਾ ਸਾਡੇ ਜੀਵਨ ਦੇ ਵਿੱਚ ਹਰ ਥਾਂ ਤੇ ਮੌਜੂਦ ਹੈ। ਜਦੋਂ ਉਸ ਸੋਹਣੇ ਰੱਬ ਦੇ ਚਰਨਾਂ ਦੀ ਟੇਕ ਲੈਂਦੇ ਹਾਂ, ਗੁਰੂ ਸਾਹਿਬ ਦੇ ਚਰਨਾਂ ਦੀ ਟੇਕ। ਚਰਨਾਂ ਦੀ ਟੇਕ ਕੀ ਹੈ ਜੀ? ਗੁਰੂ ਦੇ ਸ਼ਬਦ ਦਾ ਅਭਿਆਸ, ਇਹ ਹੈ ਚਰਨਾਂ ਦੀ ਟੇਕ। ਗੁਰੂ ਦੇ ਸ਼ਬਦ ਦਾ ਅਭਿਆਸ ਕਰਕੇ ਨਿਰੰਤਰ ਜੀਵਨ ਵਿੱਚ ਆਪਣੇ ਹਿਰਦੇ ਵਿੱਚ ਟਿਕਾਉਣਾ, ਇਹ ਹੈ ਚਰਨਾਂ ਦੀ ਟੇਕ। ਜਦੋਂ ਸਤਿਗੁਰੂ ਦੇ ਚਰਨਾਂ ਦੀ ਟੇਕ ਲੈਂਦੇ ਆ ਤੇ ਪਰਮਾਤਮਾ ਤਾਣੇ ਪੇਟੇ ਵਾਂਗ ਹਰ ਸਮੇਂ ਸਾਡੇ ਨਾਲ ਵਰਤਦਾ ਹੈ। ਸ਼ਰਨ ਪਰਿਓ ਨਾਨਕ ਪ੍ਰਭ ਤੁਮਰੀ, ਦੇ ਰਾਖਿਓ ਹਰ ਹਾਥ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪੰਜਵੇਂ ਜਾਮੇ ਦੇ ਵਿੱਚ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜਗਤ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਉਸ ਸੋਹਣੇ ਰੱਬ ਦੀ ਸ਼ਰਨ ਪਿਆ ਜੀਵਨ ਦੇ ਸਾਰੇ ਦੁੱਖ ਕੱਟੇ ਜਾਂਦੇ ਨੇ। ਹੇ ਰੱਬ ਜੀ, ਵਾਹਿਗੁਰੂ ਜੀ, ਤੁਹਾਡੀ ਸ਼ਰਨ ਵਿੱਚ ਆਏ ਆ, ਆਪਣੇ ਮੁਬਾਰਕ ਦਸਤ ਕਮਲਾਂ ਦੇ ਨਾਲ ਸਾਡੇ ਪਰਦੇ ਕੱਜ ਕੇ ਸਾਨੂੰ ਤਾਰਨਾ ਕਰੋ ਜੀ। ਆਓ ਸਤਿਗੁਰ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਲੜੀਵਾਰ ਬਚਨ ਹਨ, ਅੱਜ ਇੱਥੇ ਵੀ ਪੰਚਮ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮੁਬਾਰਕ ਰਸਨਾ ਤੋਂ ਇਹ ਬਚਨ ਪ੍ਰਗਟ ਹੋਏ ਨੇ। ਆਓ ਇਹਨਾਂ ਦੀ ਵਿਚਾਰ ਸਤਿਗੁਰੂ ਸੇਵਾ ਲੈਣ ਜੀ। ਸ਼ਲੋਕ ਮਹੱਲਾ ਪੰਜਵਾ। ਕਰ ਕਿਰਪਾ ਕਿਰਪਾਲ, ਆਪੇ ਬਖਸ਼ ਲੈ। ਸਤਿਗੁਰੂ ਗਰੀਬ ਨਿਵਾਜ਼ ਜਿਨ੍ਹਾਂ ਦੇ ਪਾਵਨ ਬਚਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ 961 ਅੰਗ ਤੇ ਸੁਭਾਇਮਾਨ ਨੇ। ਸਤਿਗੁਰੂ ਗੁਰਮੁਖ ਪਿਆਰਿਆਂ ਨੂੰ ਜੋਦੜੀ ਕਰਨ ਦਾ ਚੱਜ ਦਰਸਾ ਰਹੇ ਨੇ। ਕਿਵੇਂ ਸੋਹਣੇ ਰੱਬ ਦੇ ਚਰਨਾਂ ਵਿੱਚ ਅਰਦਾਸ ਕਰਨੀ। ਕਰ ਕਿਰਪਾ ਕਿਰਪਾਲ, ਹੈ ਕਿਰਪਾਲਤਾ ਦੇ ਸਾਗਰ। ਕਿਉਂਕਿ ਕਿਰਪਾਲ ਵੀ ਰੱਬ ਦਾ ਇੱਕ ਨਾਂ ਹੈ। ਜਿਸ ਨੇ ਭਗਤ ਪਿਆਰੇ ਨੇ ਪਰਮੇਸ਼ਵਰ ਦੇ ਵਿੱਚ ਕਿਰਪਾ ਵੇਖੀ, ਉਸ ਨੇ ਕਿਰਪਾਲ ਕਹਿ ਕੇ ਪੁਕਾਰ ਦਿੱਤਾ। ਜਿਸ ਨੂੰ ਪਰਮੇਸ਼ਵਰ ਦੇ ਵਿੱਚੋਂ ਦਇਆ ਨਜ਼ਰ ਆਈ, ਸੁਭਾਅ ਦੇ ਵਿੱਚੋਂ ਉਹਨੇ ਦਿਆਲ ਕਹਿ ਕੇ ਪੁਕਾਰ ਦਿੱਤਾ। ਇੱਥੇ ਸਤਿਗੁਰੂ ਜੀ ਜੋਦੜੀ ਕਰਨ ਦਾ ਚੱਜ ਦਰਸਾਉਂਦੇ ਨੇ। ਹੇ ਕਿਰਪਾਲ ਸੁਆਮੀ, ਹੇ ਪ੍ਰਮਾਤਮਾ ਜੀ, ਕਿਰਪਾ ਕਰਕੇ ਮੈਨੂੰ ਬਖਸ਼ ਲਓ। ਸਦਾ ਸਦਾ ਜਪੀ ਤੇਰਾ ਨਾਮ, ਸਤਿਗੁਰ ਪਾਏ ਪੈ। ਹੁਣ ਜਦੋਂ ਬਖਸ਼ਿਸ਼ ਮੰਗ ਰਹੇ ਨੇ ਨਾ, ਤੇ ਇੱਥੇ ਦੁਨਿਆਵੀ ਪਦਾਰਥ ਨਹੀਂ ਮੰਗਿਆ। ਕੀ ਹੈ? ਸਦਾ ਸਦਾ ਜਪੀ ਤੇਰਾ ਨਾਮ। ਐਸੀ ਕਿਰਪਾ ਵਰਤਾ ਦਿਓ ਸੱਚੇ ਪਾਤਸ਼ਾਹ ਕਿ ਤੁਹਾਡੇ ਚਰਨਾਂ ਦੇ ਵਿੱਚ, ਸੱਚੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਮੈਨੂੰ ਨਾਮ ਜਪਣ ਦੀ ਦਾਤ ਪ੍ਰਾਪਤ ਹੋ ਜਾਵੇ। ਇੱਕ ਬੇਨਤੀ ਕਰਾਂ ਸਤ ਸੰਗੀਓ, ਆਮ ਤੌਰ ਤੇ ਅਸੀਂ ਗੁਰੂ ਦੇ ਦਰਸਾਏ ਹੁਕਮ ਵਿੱਚ ਜੀਵਨ ਤੇ ਜੀ ਰਹੇ ਹੁੰਦੇ ਆ, ਪਰ ਕਈ ਵਾਰ ਜੀਵਨ ਜਿਉਂਦਿਆਂ ਵੀ ਕਿਰਪਾ ਦੇ ਪਾਤਰ ਨਹੀਂ ਬਣਦੇ। ਇਹੋ ਕਾਰਨ ਹੈ
ਨਿਤਨੇਮ ਵੀ ਕਰ ਰਹੇ ਹਾਂ, ਗੁਰੂ ਘਰ ਵੀ ਆ ਰਹੇ ਹਾਂ, ਸੰਗਤ ਵੀ ਕਰ ਰਹੇ ਹਾਂ, ਦਸਵੰਧ ਵੀ ਕੱਢ ਰਹੇ ਹਾਂ। ਪਰ ਜਦੋਂ ਇੱਕ ਮਨੁੱਖ ਦੂਜੇ ਮਨੁੱਖ ਨੂੰ ਵੇਖ ਕੇ ਬਰਦਾਸ਼ਤ ਨਹੀਂ ਨਾ ਕਰਦਾ ਕਿ ਮੈਂ ਜੋ ਕਰ ਰਿਹਾ ਮੇਰਾ ਕੀਤਾ ਠੀਕ ਹੈ, ਦੂਜਾ ਭਲਾ ਕਿਵੇਂ ਠੀਕ ਹੋ ਸਕਦਾ? ਅੱਜ ਰੌਲਾ ਤਾਂ ਇਹੀ ਹੈ ਨਾ। ਸਾਰਾ ਪੰਥ ਕਹਿੰਦਾ, ਸਾਰੀਆਂ ਜਥੇਬੰਦੀਆਂ, ਟਕਸਾਲਾਂ, ਮਹਾਪੁਰਸ਼ ਇੱਕੋ ਗੱਲ ਕਹਿੰਦੇ ਨੇ ਕਿ ਪੰਥ ਇੱਕ ਨਿਸ਼ਾਨ ਇਕੱਤਰ ਹੋਵੇ। ਮੁਬਾਰਕ ਹੈ ਇਹ ਸੋਚ, ਪਰ ਜਿਹੜੀ ਅਗਲੀ ਸੋਚ ਹੈ ਨਾ ਉਹ ਸਾਨੂੰ ਇਕੱਠਾ ਨਹੀਂ ਹੋਣ ਦਿੰਦੀ। ਸਾਰਾ ਪੰਥ ਇੱਕੋ ਨਿਸ਼ਾਨ ਹੇਠਾਂ ਇਕੱਠਾ ਹੋਵੇ, ਪਰ ਨਿਸ਼ਾਨ ਮੇਰਾ ਹੋਵੇ। ਕੋਈ ਬੰਦਾ ਦੂਜੇ ਨਾਲ ਰਲਣਾ ਨਹੀਂ ਚਾਹੁੰਦਾ। ਅੱਜ ਹਾਲਾਤ ਵੇਖ ਲਓ ਕਿਹੜੇ ਪਾਸੇ ਤੁਰ ਪਏ ਆ। ਗੁਰੂ ਸਵਾਰਿਓ, ਜੇ ਕਿਤੇ ਇੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਹੇਠਾਂ ਜਦੋਂ ਤੱਕ ਕੌਮ ਇਕੱਠੀ ਸੀ ਨਾ, ਕੌਮ ਦਾ ਕੋਈ ਵਾਲ ਵਿੰਗਾ ਨਹੀਂ ਸੀ ਕਰ ਸਕਿਆ। ਇੱਕ ਦਿਨ ਦੇ ਵਿੱਚ 35-40 ਹਜ਼ਾਰ ਸਿੰਘਾਂ ਸਿੰਘਣੀਆਂ ਦੀ ਸ਼ਹੀਦੀ। ਘੱਲੂਘਾਰੇ ਦੇ ਇਤਿਹਾਸ ਪੜ੍ਹੋ। ਜ਼ਾਲਮ ਨੇ ਦਾਅਵਾ ਕਰ ਦਿੱਤਾ ਮੈਂ ਸਿੱਖ ਕੌਮ ਨੂੰ ਖਤਮ ਕਰ ਦਿੱਤਾ ਹੈ, ਪਰ ਖਤਮ ਨਹੀਂ ਸੀ ਕਰ ਸਕਿਆ ਕਿਉਂਕਿ ਇੱਕ ਨਿਸ਼ਾਨ ਹੇਠਾਂ ਇਕੱਤਰ ਸੀ। ਆਪਸ ਵਿੱਚ ਮਤ ਭੇਦ ਹੋਣੇ ਕੋਈ ਵੱਡੀ ਗੱਲ ਨਹੀਂ, ਪਰ ਇਹ ਮਤ ਭੇਦ ਸਦਾ ਲਈ ਸਾਨੂੰ ਇੱਕ ਦੂਜੇ ਤੋਂ ਦੂਰ ਕਰ ਦੇਣ, ਇਹ ਗੱਲ ਵੀ ਚੰਗੀ ਨਹੀਂ। ਇੱਕ ਉਦਾਹਰਣ ਦੇ ਕੇ ਅੱਗੇ ਲੰਘਾਂ। ਇੱਕ ਗੁਰੂ ਦਾ ਸਿੱਖ ਬੜੀ ਸ਼ਰਧਾ ਦੇ ਨਾਲ ਗੁਰੂ ਘਰ ਦੇ ਵਿੱਚ ਝਾੜੂ ਲਾਉਣ ਦੀ ਸੇਵਾ ਕਰ ਰਿਹਾ, ਸਫਾਈ ਕਰ ਰਿਹਾ, ਝਾੜੂ ਲਾ ਰਿਹਾ, ਮੁਬਾਰਕ ਹੈ। ਨਾਲ ਹੀ ਇੱਕ ਦੂਜਾ ਸਿੱਖ ਆਇਆ, ਉਸਨੇ ਪੋਚਾ ਚੁੱਕ ਲਿਆ, ਉਹ ਪੋਚਾ ਮਾਰਨ ਲੱਗ ਪਿਆ। ਇਹ ਵੀ ਭਲੀ ਬਾਤ ਹੈ, ਸ਼ੁਕਰ ਹੈ, ਗੁਰੂ ਘਰ ਦੀ ਸੇਵਾ ਕਰੀਏ। ਪਰ ਜੇ ਹੁਣ ਝਾੜੂ ਲਾਉਣ ਵਾਲੇ ਦੀ ਕਿਰਿਆ ਨੂੰ ਵੇਖਿਆ ਜਾਵੇ ਨਾ, ਝਾੜੂ ਕਿਵੇਂ ਲਾਇਆ ਜਾਂਦਾ ਜੀ? ਜਿਉਂ-ਜਿਉਂ ਝਾੜੂ ਲਾਉਨੇ ਆ ਤਿਉਂ-ਤਿਉਂ ਕਦਮ ਅਗਾਂਹ ਨੂੰ ਪੁੱਟਨੇ ਆ। ਪਰ ਪੋਚਾ ਲਾਉਣ ਵੇਲੇ ਜਿਉਂ-ਜਿਉਂ ਪੋਚਾ ਲਾਉਨੇ ਆ ਕਦਮ ਪਿਛਾਂ ਨੂੰ ਪੁੱਟਨੇ ਆ। ਹੁਣ ਕਰਮ ਇੱਕੋ ਹੀ ਕਰ ਰਹੇ ਨੇ। ਗੁਰੂ ਘਰ ਦੀ ਸੇਵਾ ਭਾਵੇਂ ਝਾੜੂ ਲਾ ਕੇ ਹੋ ਰਹੀ ਹੈ, ਭਾਵੇਂ ਪੋਚਾ ਲਾ ਕੇ ਹੋ ਰਹੀ ਹੈ, ਕਰਮ ਇੱਕੋ ਹੀ ਹੈ, ਪਰ ਕਿਰਿਆ ਦੋਵਾਂ ਦੀ ਵੱਖ-ਵੱਖ ਹੈ। ਇੱਕ ਝਾੜੂ ਲਾਉਂਦਿਆਂ ਅਗਾਂਹ ਨੂੰ ਜਾ ਰਿਹਾ, ਦੂਜਾ ਪੋਚਾ ਲਾਉਂਦਿਆਂ ਪਿਛਾਂ ਨੂੰ ਆ ਰਿਹਾ। ਹੁਣ ਝਾੜੂ ਲਾਉਣ ਵਾਲਾ ਕਵੇ ਜੀ ਕਿ ਸਾਹਮਣੇ ਵਾਲਾ ਬੰਦਾ ਮੇਰੇ ਉਲਟ ਕਰ ਰਿਹਾ, ਜਾਂ ਪੋਚਾ ਲਾਉਣ ਵਾਲਾ ਕਵੇ ਕਿ ਮੇਰੇ ਨਾਲ ਨਹੀਂ ਚੱਲਦਾ। ਹੈ ਤੇ ਸੇਵਾ, ਪਰ ਸੇਵਾ ਦੇ ਵਿੱਚ ਵੀ ਝਗੜਾ ਪੈਦਾ ਹੋ ਜਾਏਗਾ। ਸੋ ਭਾਈ, ਜਿਹੜਾ ਵੀ ਗੁਰਮੁਖ ਪਿਆਰਾ ਆਪਣੇ ਢੰਗ ਨਾਲ ਸੇਵਾ ਕਰ ਰਿਹਾ ਨਾ, ਜੇ ਗੁਰਮਤ ਦੇ ਆਸ਼ੇ ਅਨੁਸਾਰ ਉਹਨੂੰ ਕਰਨ ਦਈਏ, ਉਹਨੂੰ ਨਾਲ ਲੈ ਕੇ ਟੁਰਨ ਦਾ ਯਤਨ ਕਰੀਏ। ਵੱਖ-ਵੱਖ ਪੱਗਾਂ ਦੇ ਵਿੱਚ ਅਸੀਂ ਵੰਡੇ ਗਏ। ਕੋਈ ਚਿੱਟੀ ਬੰਨ ਧਰਮੀ ਬਣ ਬੈਠਾ, ਕਿਸੇ ਨੂੰ ਚਿੱਟੀ ਪੱਗ ਦਾ ਮਾਣ ਹੈ, ਸੰਤ ਹੋਣ ਦਾ ਮਾਣ ਹੈ। ਕੋਈ ਚਿੱਟੀ ਬੰਨ ਧਰਮੀ ਬਣ ਬੈਠਾ, ਕੋਈ ਕਾਲੀ ਬੰਨ ਬਣਿਆ ਪੰਥ, ਭੇਤ ਕਿਸੇ ਨਹੀਂ ਸਮਝਿਆ, ਕੀ ਆਖੇ ਗੁਰੂ ਗ੍ਰੰਥ। ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ? ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਸਤਿਗੁਰਾਂ ਨੇ ਸਾਰੇ ਜਗਤ ਨੂੰ ਆਪਣੀ ਗਲਵੱਕੜੀ ਵਿੱਚ ਲਿਆ ਸੀ। ਅਸੀਂ ਸਾਰੇ ਇੱਕੋ ਬਾਪ ਦੀ ਔਲਾਦ ਹਾਂ, ਪਰ ਅਸੀਂ ਇੱਕੋ ਬਾਪ ਦੀ ਔਲਾਦ ਹੋ ਕੇ ਵੀ ਵੱਖ-ਵੱਖ ਕੰਧਾਂ ਪਾ ਕੇ ਬਹਿ ਗਏ। ਤੇ ਇਸ ਕਰਕੇ ਅੱਜ ਜਗਤ ਦੇ ਵਿੱਚ ਜਿਹੜੀ ਸਾਡੀ ਮੁੱਠੀ ਸੀ ਨਾ, ਜਿਵੇਂ ਪਹਿਲੇ ਬੰਦ ਸੀ, ਇਹਨੂੰ ਬੰਦ ਰਹਿਣ ਦਿਓ। ਬੜੀ ਤਾਕਤ ਜੇ ਸਿੱਖੀ ਦੇ ਵਿੱਚ, ਪ੍ਰੇਮ ਦੇ ਨਾਲ ਸਾਰੀ ਦੁਨੀਆ ਨੂੰ ਜੋੜਿਆ ਜਾ ਸਕਦਾ, ਪਰ ਜੇ ਵਖਰੇਵੇਂ ਪੈ ਜਾਣ ਤੇ ਆਪਣੇ ਪਰਿਵਾਰ ਨੂੰ ਵੀ ਜੋੜਨਾ ਅਸੰਭਵ ਹੋ ਜਾਂਦਾ ਹੈ। ਸੋ ਕਲਗੀਧਰ ਪਾਤਸ਼ਾਹ ਦੇ ਪਿਆਰੇ ਧੀਓ ਤੇ ਪੁੱਤਰੋ, ਗੁਰੂ ਦੇ ਆਸ਼ੇ ਅਨੁਸਾਰ ਜੀਵਨ ਜਿਉਣਾ ਕਰੀਏ ਜੀ। ਮਨ ਤਨ ਅੰਤਰ ਵਸ ਦੁਖਾ ਨਾਸ ਹੋਏ। ਸੋਹਣੇ ਵਾਹਿਗੁਰੂ ਜੀ, ਕਿਰਪਾ ਕਰਕੇ ਮੇਰੇ ਹਿਰਦੇ ਵਿੱਚ ਵਸੋ ਤੇ ਮੇਰੇ ਹਿਰਦੇ ਦੀ ਵੇਦਨ ਸੁਣ ਕੇ ਮੇਰੇ ਅੰਦਰ ਦੇ ਪਾਪ ਕੱਟੋ ਤੇ ਮੈਨੂੰ ਇੰਨਾ ਬਲ ਬਖਸ਼ੋ ਕਿ ਮੇਰਾ ਸਰੀਰ ਤੁਹਾਡੀ ਆਗਿਆ ਦੇ ਵਿੱਚ, ਪਹਿਲਾਂ ਵੀ ਬੇਨਤੀ ਕੀਤੀ ਸੀ,
ਕਲਗੀਧਰ ਪਾਤਸ਼ਾਹ ਨੇ ਆਪਣੇ ਸਿੱਖ ਨੂੰ 5 ਕੱਕੇ ਬਖਸ਼ਿਸ਼ ਕੀਤੇ ਨੇ ਕਕਾਰਾਂ ਦੇ ਰੂਪ ਦੇ ਵਿੱਚ। ਪਰ ਇੱਕ ਗੱਲ ਚੇਤੇ ਰੱਖੀਏ, ਜਿੱਥੇ ਸਤਿਗੁਰਾਂ ਨੇ ਸਾਨੂੰ 5 ਕੱਕੇ ਬਖਸ਼ਿਸ਼ ਕੀਤੇ ਨੇ ਜੀ, ਉੱਥੇ 5 ਕੱਕੇ ਸਤਿਗੁਰਾਂ ਨੇ ਆਪਣੇ ਕੋਲ ਵੀ ਰੱਖੇ ਨੇ, ਆਪਣੇ ਪਾਸ ਵੀ ਰੱਖੇ ਨੇ। ਉਹ ਕਿਹੜੇ ਨੇ? ਮੈਂ ਦਾਅਵੇ ਨਾਲ ਕਹਿਣ ਲੱਗਾ, ਸੰਸਾਰ ਦੇ ਕਿਸੇ ਡੇਰੇਦਾਰ ਕੋਲ, ਕਿਸੇ ਸਰਕਾਰੀ ਬਾਬੇ ਕੋਲ ਇਹ 5 ਕੱਕੇ ਨਹੀਂ, ਇਹ ਕੇਵਲ ਸਮਰੱਥ ਦੇ ਪਾਸ ਜੇ, ਕਲਗੀਧਰ ਦੇ ਪਾਸ। ਉਹ ਕਿਹੜੇ ਨੇ 5 ਕੱਕੇ? 5 ਕੱਕੇ ਸਿੱਖ ਨੂੰ ਦਿੱਤੇ ਨੇ ਕਕਾਰਾਂ ਦੇ ਰੂਪ ਦੇ ਵਿੱਚ। 5 ਕੱਕੇ ਸਤਿਗੁਰਾਂ ਨੇ ਆਪਣੇ ਪਾਸ ਰੱਖੇ ਨੇ, ਉਂਗਲਾਂ ਤੇ ਗਿਣ ਲੈਣਾ। ਕਿਹਨੂੰ ਦੇਣਾ, ਕੀ ਦੇਣਾ, ਕਿੰਨਾ ਦੇਣਾ, ਕਦੋਂ ਦੇਣਾ ਤੇ ਕਿਵੇਂ ਦੇਣਾ, ਇਹ ਸਮਰੱਥ ਦੇ ਪਾਸ ਨੇ। ਸੋ ਉਹਦੇ ਚਰਨਾਂ ਵਿੱਚ ਬੇਨਤੀ ਕਰੀਏ, ਸੱਚੇ ਪਾਤਸ਼ਾਹ ਮਨ ਤਨ ਤੇਰਾ, ਧਨ ਵੀ ਤੇਰਾ, ਆਪ ਬਖਸ਼ਿਸ਼ ਕਰਕੇ ਇਸ ਜੀਵਨ ਨੂੰ ਸੰਭਾਲ ਲਓ। ਹੱਥ ਦੇ ਆਪ ਰੱਖ, ਵਿਆਪੈ ਭਾਉ ਨਾ ਕੋਏ। ਆਪਣੇ ਮੁਬਾਰਕ ਹੱਥ ਦੇ ਕੇ ਮੈਨੂੰ ਰੱਖ ਲਓ, ਮੇਰਾ ਜੀਵਨ ਗਰਕ ਨਾ ਹੋ ਜਾਵੇ, ਮੈਨੂੰ ਜੀਵਨ ਵਿੱਚ ਕਿਸੇ ਹੋਰ ਦੀ ਮੁਤਾਜੀ ਨਾ ਕਰਨੀ ਪਵੇ। ਮੇਰੇ ਜੀਵਨ ਦੇ ਵਿੱਚੋਂ ਭੈ, ਦੁੱਖ, ਕਲੇਸ਼ ਆਦਿਕ ਕੱਢ ਕੇ, ਕਿਉਂਕਿ ਪ੍ਰਮਾਤਮਾ ਦੇ ਨਾਮ ਦੇ ਵਿੱਚ ਇੰਨੀ ਵਡਿਆਈ ਜੇ। ਬਾਬਾ ਜੀ ਫਰਮਾਉਂਦੇ ਨੇ, ਕਲ ਕਲੇਸ਼ ਭੈ ਭਰਮ ਦੁੱਖ ਲਾਥਾ। ਪੜ੍ਹਦੇ ਹੋ ਨਾ ਗੁਰੂ ਦੇ ਬਚਨ, ਕਲ ਕਲੇਸ਼ ਭੈ ਭਰਮ ਦੁੱਖ ਲਾਥਾ, ਕਹੋ ਨਾਨਕ ਮੇਰਾ ਗੁਰ ਸਮਰੱਥਾ। ਸੋ ਐਸੇ ਸਮਰੱਥ ਦੇ ਚਰਨਾਂ ਵਿੱਚ ਗੁਰੂ ਅਰਜਨ ਦੇਵ ਜੀ ਜੋਦੜੀ ਕਰਨ ਦਾ ਚੱਜ ਦਰਸਾਉਂਦੇ ਨੇ। ਗੁਣ ਗਾਵਾ ਦਿਨ ਰੈਣ, ਏਤੈ ਕੰਮ ਲਾਏ। ਐਸੀ ਕਿਰਪਾ ਕਰੋ ਮੇਰੇ ਪਰਮੇਸ਼ਵਰ ਜੀ, ਮੈਨੂੰ ਐਸੀ ਸੁਚੱਜੀ ਜੀਵਨ ਦੀ ਦਾਤ ਬਖਸ਼ੋ ਕਿ ਮੈਂ ਹਰ ਸਮੇਂ ਉੱਠਦਿਆਂ ਬੈਠਦਿਆਂ ਦਿਨ ਰਾਤ ਸਵਾਸ ਸਵਾਸ ਸਿਮਰਨ ਕਰਦਿਆਂ ਆਪਣੇ ਜੀਵਨ ਨੂੰ ਸਫਲ ਕਰਦਿਆਂ ਮੈਂ ਤੁਹਾਡੀ ਬੰਦਗੀ ਵਿੱਚ ਜੁੜਿਆ ਰਹਾਂ। ਸੰਤ ਜਨਾ ਕੈ ਸੰਗ, ਹਉਮੈ ਰੋਗ ਜਾਏ। ਜਿਹੜੇ ਤੁਹਾਡੇ ਦਰ ਘਰ ਦੇ ਬਖਸ਼ੇ ਹੋਏ ਨੇ, ਇੱਕ ਸਵਾਲ ਪੈਦਾ ਹੁੰਦਾ ਹੈ ਕਿ ਸੰਤ ਮਹਾਂਪੁਰਸ਼ਾਂ ਦੀ ਸੰਗਤ ਕਰਨ ਦੀ ਕੀ ਲੋੜ ਹੈ? ਸਤ ਸੰਗੀਓ, ਜਦੋਂ ਬਖਸ਼ਿਆਂ ਦੀ ਸੰਗਤ ਕਰਾਂਗੇ ਨਾ, ਤੇ ਜੋ ਨਿਤਨੇਮ, ਜੋ ਸੰਗਤ ਵਿੱਚ ਆਉਣਾ, ਸੰਗਤ ਦੇ ਵਿੱਚ ਆ ਕੇ ਜੋ ਕਮਾਈ ਕਰਨੀ ਹੈ ਨਾ, ਮਹਾਂਪੁਰਸ਼ਾਂ ਦੀ ਸੰਗਤ ਕੀਤਿਆਂ ਉਸ ਕਮਾਈ ਨੂੰ ਸੰਭਾਲਣ ਦਾ ਚੱਜ ਪ੍ਰਗਟ ਹੁੰਦਾ ਹੈ। ਕਈ ਵਾਰ ਅਸੀਂ ਕਮਾਈ ਤਾਂ ਕਰ ਰਹੇ ਹੁੰਦੇ ਆ, ਪਰ ਸੰਭਾਲਣ ਦਾ ਚੱਜ ਨਾ ਹੋਵੇ ਤੇ ਨਾਲ ਨਾਲ ਉਹ ਜਿਹੜੀ ਕਮਾਈ ਹੈ ਨਾ, ਉਹ ਡੁੱਲ ਰਹੀ ਹੁੰਦੀ ਹੈ। ਸੋ ਬਖਸ਼ਿਆਂ ਦੀ ਸੰਗਤ ਕਰੀਏ। ਜਿਹੜੇ ਧਰਮ ਦੇ ਮਾਰਗ ਤੇ ਸਾਡੇ ਤੋਂ ਅਗਾਂਹ ਨਿਕਲ ਗਏ ਨੇ, ਉਹਨਾਂ ਦਾ ਸਤਿਕਾਰ ਕਰਦੇ ਆ, ਉਹਨਾਂ ਦੀ ਸੰਗਤ ਕਰੀਏ। ਸਰਬ ਨਿਰੰਤਰ ਖਸਮ, ਏਕੋ ਰਵ ਰਹਿਆ। ਉਹ ਪਰਮੇਸ਼ਵਰ ਜੋ ਸਾਰੇ ਜਗਤ ਜੀਵਾਂ ਦਾ ਖਸਮ ਹੈ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ। ਸੱਚ ਹੈ ਉਹ ਪਰਮਾਤਮਾ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਉਹ ਹਰ ਥਾਂ ਇੱਕੋ ਰਸ ਹੋ ਕੇ ਵਿਆਪਕ ਹੈ, ਸਭ ਥਾਈਂ ਵਰਤ ਰਿਹਾ ਹੈ। ਗੁਰ ਪ੍ਰਸਾਦੀ ਸੱਚ, ਸੱਚੋ ਸੱਚ ਲਹਿਆ। ਗੁਰੂ ਦੀ ਕਿਰਪਾ ਦੇ ਨਾਲ, ਜਿਵੇਂ ਬੇਨਤੀ ਕੀਤੀ, ਫਿਰ ਬਚਨ ਆ ਗਿਆ ਗੁਰ ਪ੍ਰਸਾਦੀ। ਜੀਵਨ ਵਿੱਚ ਤੁਸੀਂ ਜੋ ਕੁਝ ਵੀ ਕਰ ਰਹੇ ਹੋ ਨਾ, ਇਹ ਗੁਰ ਪ੍ਰਸਾਦ ਦਾ ਸਦਕਾ ਹੈ। ਗੁਰ ਪ੍ਰਸਾਦ ਤੋਂ ਬਿਨਾਂ ਜੀਵਨ ਵਿੱਚ ਉੱਚੀ ਸੋਚ, ਉੱਚੀ ਖੇਡ ਜਿਹੜੀ ਹੈ ਨਾ, ਇਹ ਅਸੰਭਵ ਹੈ। ਸੋ ਇਹ ਗੁਰੂ ਦੀ ਕਿਰਪਾ ਦੇ ਨਾਲ ਹੀ, ਗੁਰੂ ਦੇ ਪ੍ਰਸਾਦ ਦੇ ਨਾਲ ਹੀ ਸੱਚ ਦੀ ਦਾਤ ਪ੍ਰਾਪਤ ਹੁੰਦੀ ਹੈ, ਤੇ ਸੱਚੇ ਦੇ ਚਰਨਾਂ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਦਇਆ ਕਰੋ ਦਇਆਲ, ਆਪਣੀ ਸਿਫਤ ਦੇਹੋ। ਵਾਹਿਗੁਰੂ ਪਰਮਾਤਮਾ ਜੀ ਕਿਰਪਾ ਕਰੋ, ਦਇਆ ਕਰਕੇ, ਤਰਸ ਕਰਕੇ, ਦਿਆਲਤਾ ਦੇ ਸਾਗਰ ਪਰਮਾਤਮਾ ਜੀ ਆਪਣੀ ਸਿਫਤ ਸਲਾਹ ਦੀ ਦਾਤ ਬਖਸ਼ੋ। ਦਰਸ਼ਨ ਦੇਖ ਨਿਹਾਲ, ਨਾਨਕ ਪ੍ਰੀਤ ਏਹ। ਧੰਨ ਸ੍ਰੀ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਪੰਜਵੇਂ ਜਾਮੇ ਦੇ ਵਿੱਚ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਨਿਹਾਲ ਕਰ ਰਹੇ ਨੇ ਕਿ ਆਪਣੇ ਦਰ ਘਰ ਦੀ ਸਿਫਤ ਸਲਾਹ ਬਖਸ਼, ਆਪਣੇ ਦਰਸ਼ਨ ਬਖਸ਼। ਦਰਸ਼ਨ ਗੁਰਸ਼ਬਦ ਦੇ ਵਿੱਚੋਂ ਹੋਣਗੇ, ਕਿਸੇ ਮੂਰਤ ਦੇ ਵਿੱਚੋਂ ਨਹੀਂ।
ਆਪਣੇ ਦਰਸ਼ਨ ਬਖਸ਼ ਕੇ ਸਾਨੂੰ ਨਿਹਾਲ ਕਰੋ। ਸੋ ਆਓ ਸਾਧ ਸੰਗਤ ਜੀ, ਅੱਜ ਦੀ ਵਿਚਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੇਵਾ ਲੈ ਰਹੇ ਨੇ। ਆਓ ਇਹ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਉਂਦੇ ਆ। ਦਾਸ ਗਰੀਬ ਵੱਲੋਂ ਵਿਚਾਰ ਕਰਦੇ ਆ, ਹਾਜ਼ਰੀ ਲਾਉਂਦੇ ਆ। ਜਾਣੇ ਅਣਜਾਣੇ ਵਿੱਚ ਬੇਅੰਤ ਪੁੱਲਾਂ ਹੋਈਆਂ ਹੋਣਗੀਆਂ, ਖਿਮਾ ਕਰ ਦੇਣੀਆਂ। ਗੁਰੂ ਸੰਗਤ ਗੁਰੂ ਪੰਥ ਖਿਮਾ ਕਰਨ ਯੋਗ ਹੈ।